ਕਾਰੀਆ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਇਹ ਬਿਦ ਸੁਨ ਕੈ ਜਾਟਰੂ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆ ਧੰਨਾ ਬੜ ਭਾਗਾ ਇਹ ਬਿਦ ਸੁਨ ਕੈ ਜਾਟਰੂ ਉਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆ ਧੰਨਾ ਬੜ ਭਾਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ ਹੈ। परम सन्मान योग सत्कार योग गुरु की साजी और नवाजी हुई गुरु खालसा साध संगत जीओ वड्डियां भागां वाले हो। अमृत वेले तो सतगुरु जी दे पवित्र चरण कमलों विच इकत्र हो के जगत गुरु धन गुरु ग्रंथ साहिब जी महाराज जी दे दर्शन परस रहे हो। नौवें पातशाह श्री गुरु तेग बहादुर साहिब जी महाराज जी दियां खुशियां प्राप्त कर रहे हो। आसा जी दी वार दे शब्द कीर्तन रागी ਸਿੰਘਾਂ ਦੀ रसना तो आप जी ने सरवण कीते हैं। अमृत वेले सतगुरु जी ने श्री मुखवाक दी दात बख्शिश कीती है। आओ कुछ समय ਲਈ ਸਤਿਗੁਰਾਂ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜੀਏ। ਭਗਤਾਂ ਦੀ ਸੋਭਾ ਵਰਣਨ ਹੋ ਰਹੀ ਹੈ। ਅਕਾਲ ਪੁਰਖ ਦੀ ਭਗਤੀ ਦੇ ਰੰਗ ਵਿੱਚ ਰੰਗੇ ਮਹਾਂਪੁਰਸ਼ ਭਗਤ ਉਹਦੀ ਬੰਦਗੀ ਕਰਕੇ ਪਰਮੇਸ਼ਰ ਦੀ ਭਗਤੀ ਕਰਕੇ ਕਿਵੇਂ ਸੰਸਾਰ 'ਚ ਪ੍ਰਗਟ ਹੋਏ ਹਨ। ਉਹਨਾਂ ਮਹਾਂਪੁਰਸ਼ਾਂ ਉਹਨਾਂ ਭਗਤਾਂ ਦੀ ਸੋਭਾ सतगुरु जी वर्णन कर रहे हैं। परमेश्वर दे प्यारे भगतां दी वडियाई परमेश्वर दी वडियाई है। अकाल पुरख वाहिगुरु परमेश्वर दी खुशी प्राप्त हुंदी है। अकाल पुरख दी प्रसन्नता प्राप्त हुंदी है जदों उहदी भगती करन वाले उहदे भगतां दी शोभा करिए। परमेश्वर प्रसन्न हुंदा अपने भगतां दी शोभा सुन के अपने भगतां दी वडियाई सुन के। कली काल दे समय विच दरअसल परमेश्वर दी भगती करन वाले साधुआं दी निंदा हुंदी है और पापी विकारी विषयी ते पामर लोकां दी शोभा हुंदी है। कलयुग दा सुभाव सतगुरां ने दस्सिया आवत को जाता कहे जाते को आया पर की को अपनों कहे अपनों नहीं पाया मीठे को कौड़ा कहे कड़ुए को मीठा राते की निंदा करे ऐसा कल मैं डिठा। ये कलयुग का सुभाव है कि जेड़े रंगे हुए ने उन्हां दी निंदा होनी। राते की निंदा करे जेड़े परमेश्वर दे रंग च रंगे ने उन्हां दी निंदा हुंदी है। ये कलयुग का चलत है, ये कलयुग की बिरती है। पर वाहिगुरु पार ब्रह्म परमेश्वर प्रसन्न हुंदा अपने भगतां दी अपने प्यारियां दी वडियाई सुन के अपने भगतां दी शोभा सुन के। आओ मन विरतियां एकागर करिए गुरु पातशाह दे पवित्र चरनां विच अपनियां हाजरियां लवाओ। रसना करो पवित्र ते आखो जी सतनाम श्री वाहिगुरु साहिब जी। सतनाम श्री वाहिगुरु साहिब जी। महला पंजवा। गोबिंद 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 संग
ਨਾਮ ਦਿਓ ਮਨ ਲੀਣਾ। ਉੱਪਰ ਸ਼ਬਦ ਦੀ ਜਦੋਂ ਆਰੰਭਤਾ ਹੋਈ ਹੈ ਤਾਂ ਸਰਲੇਖ ਵਿੱਚ ਬਾਣੀ ਭਗਤ ਧੰਨਾ ਜੀ ਦੀ ਪ੍ਰਾਰੰਭ ਹੋ ਰਹੀ ਹੈ। ਸਰਲੇਖ ਤੋਂ ਬਾਅਦ ਇੱਕ ਸ਼ਬਦ ਮਹਾਰਾਜ ਭਗਤ ਧੰਨਾ ਜੀ ਨੇ ਉਚਾਰਨ ਕੀਤਾ ਹੈ। ਫਿਰ ਦੂਸਰਾ ਸ਼ਬਦ ਆਰੰਭ ਹੋ ਰਿਹਾ ਹੈ। ਇਹਦੇ ਸਰਲੇਖ ਵਿੱਚ ਮਹੱਲਾ ਪੰਜਵਾਂ ਆਇਆ, ਯਾਨੀ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਇਸ ਤੋਂ ਅਗਲਾ ਸ਼ਬਦ ਫਿਰ ਭਗਤ ਧੰਨਾ ਜੀ ਦਾ। ਵਿਚਕਾਰਲਾ ਇਹ ਸ਼ਬਦ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਇੱਕ ਸਮਾਨਤਾ ਰੱਖੀ ਹੈ ਕਿ ਭਗਤ ਧੰਨਾ ਜੀ ਵੀ ਸਾਡਾ ਹੀ ਰੂਪ ਹੋ ਚੁੱਕੇ ਹਨ। ਭੇਦ ਨਹੀਂ ਰਿਹਾ, ਫਰਕ ਨਹੀਂ ਰਿਹਾ। ਆਪਣੀ ਬਾਣੀ ਔਰ ਉਹਨਾਂ ਦੀ ਬਾਣੀ ਨੂੰ ਇੱਕ ਸਮਾਨ ਰੂਪ ਦੇ ਦਿੱਤਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਮਹੱਲਾ ਪੰਜਵਾਂ ਦੇ ਸਰਲੇਖ ਥੱਲੇ ਸ਼ਬਦ ਉਚਾਰਨ ਕਰਕੇ ਅਖੀਰ ਵਿੱਚ ਨਾਨਕ ਪਦ ਦੀ ਮੋਹਰ ਨਹੀਂ ਲਾਈ। ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਭਗਤ ਧੰਨਾ ਜੀ ਦਾ ਜ਼ਿਕਰ ਕੀਤਾ ਹੈ। ਬਿਦ ਸੁਨ ਕੈ ਜਾਟਰੋ ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਉੱਥੇ ਭਗਤ ਧੰਨਾ ਜੀ ਦੇ ਨਾਂ ਦੀ ਮੋਹਰ ਲਾਈ ਆ, ਆਪਣਾ ਨਾਂ ਸਤਿਗੁਰਾਂ ਨੇ ਨਹੀਂ ਵਰਤਿਆ। ਪਰ ਸਰਲੇਖ ਵਿੱਚ ਮਹੱਲਾ ਪੰਜਵਾਂ ਆ ਗਿਆ, ਜਿੱਥੋਂ ਸੰਕੇਤ ਹੈ ਕਿ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਿਆ ਹੈ। ਉਚਾਰ ਕੇ ਸ਼ਬਦ ਸਿਰਿਓ ਪਾਓ ਵਜੋਂ ਭਗਤ ਧੰਨਾ ਜੀ ਨੂੰ ਭੇਟ ਕੀਤਾ। ਉਚਾਰਿਆ ਸਤਿਗੁਰਾਂ ਦਾ ਹੋਇਆ, ਸਿਰੇ ਪਾਓ ਵਜੋਂ ਭਗਤ ਜੀ ਨੂੰ ਭੇਟ ਕਰ ਦਿੱਤਾ। ਹੁਣ ਜਿਹਨੂੰ ਸਿਰੇ ਪਾਓ ਮਿਲ ਜੇ ਫਿਰ ਉਹ ਸਿਰੇ ਪਾਓ ਉਸੇ ਦਾ ਹੋ ਜਾਂਦਾ ਨਾ। ਗੁਰੂ ਸਾਹਿਬ ਜੀ ਨੇ ਦਿੱਤਾ ਸਿਰੇ ਪਾਓ, ਜਿਹਨੂੰ ਮਿਲਿਆ ਫਿਰ ਉਸ ਦਾ ਹੋ ਗਿਆ। ਇਹ ਇੱਕ ਮਿਕਤਾ ਸਤਿਗੁਰੂ ਜੀ ਨੇ ਵਿਖਾਈ ਹੈ ਭਗਤ ਬਾਣੀ ਨਾਲ ਆਪਣੀ ਬਾਣੀ ਦੀ। ਜਦੋਂ ਫਰੀਦ ਜੀ ਦੇ ਸ਼ਲੋਕ ਪੜ੍ਹਦੇ ਆ, ਉੱਥੇ ਮਹੱਲਾ ਪੰਜਵਾਂ ਦੇ ਸਰਲੇਖ ਥੱਲੇ ਫਰੀਦ ਜੀ ਦੇ ਸ਼ਬਦ ਆਉਂਦੇ ਆ, ਪਰ ਉਹਦੇ ਵਿੱਚ ਨਾਮ ਭਗਤ ਫਰੀਦ ਜੀ ਦਾ ਹੀ ਆਉਂਦਾ ਹੈ। ਤੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਨੇ ਪੰਜਵੇਂ ਗੁਰਦੇਵ, ਗੋਬਿੰਦ 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 ਸੰਗ। ਗੋਬਿੰਦ 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 ਦਾ ਜਾਪ ਜਪ ਕੇ, ਗੋ ਨਾਮ ਧਰਤੀ ਦਾ, ਬਿੰਦ ਨਾਮ ਪੈਦਾ ਕਰਨ ਵਾਲੇ ਦਾ, ਜਿਹੜਾ ਇਸ ਸਾਰੀ ਧਰਤੀ ਨੂੰ ਪੈਦਾ ਕਰੇ ਉਹਨੂੰ ਕਹਿੰਦੇ ਨੇ ਗੋਬਿੰਦ। ਤਿੰਨ ਵਾਰੀ ਕਿਹਾ ਗੋਬਿੰਦ ਗੋਬਿੰਦ ਗੋਬਿੰਦ, ਯਾਨੀ ਕਿ ਮਨ ਕਰਕੇ, ਬਚਨ ਕਰਕੇ ਔਰ ਕਰਮ ਕਰਕੇ। ਉਸ ਗੋਬਿੰਦ ਦੇ ਨਾਲ ਭਗਤ ਨਾਮਦੇਵ ਜੀ ਦਾ ਮਨ ਲੀਨ ਹੈ। ਨਾਮ ਦਿਓ ਮਨ ਲੀਣਾ। ਮਹਾਰਾਜ ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਮਨ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਵਿੱਚ ਲੀਨ ਹੈ। ਕਿੰਨਾ ਲੀਨ ਹੋ ਗਿਆ ਹੋਵੇਗਾ ਭਗਤ ਨਾਮਦੇਵ ਜੀ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਵਿੱਚ, ਕਿ ਜੇ ਇੱਕ ਕੂਕਰ ਕੁੱਤਾ ਛਾਬੇ 'ਚ ਰੋਟੀਆਂ ਚੁੱਕ ਕੇ ਦੌੜਦਾ ਹੈ ਤਾਂ ਪਿੱਛੇ ਘਿਓ ਦਾ ਕੁੱਜਾ ਲੈ ਕੇ ਦੌੜ ਪੈਂਦੇ ਆ, ਮਹਾਰਾਜ ਪ੍ਰਸ਼ਾਦਾ ਚੋਪੜ ਕੇ ਛਕੋ। ਉਸ ਕੂਕਰ ਵਿੱਚ ਵੀ ਆਪਣੇ ਭਗਵਾਨ ਦੀ ਜੋਤ ਨਜ਼ਰ ਆ ਰਹੀ ਹੈ। ਕਿੰਨਾ ਮਨ ਲੀਨ ਹੋਵੇਗਾ। ਕਹਿੰਦੇ ਕੁਝ ਪੰਡੇ ਮਹਾਰਾਜ ਭਗਤ ਨਾਮਦੇਵ ਜੀ ਨਾਲ ਈਰਖਾ ਕਰਦੇ ਸੀ। ਭਗਤ ਜੀ ਨੇ ਆ ਕੇ ਜਦੋਂ ਇਹਨਾਂ ਦੇ ਬਰਾਬਰ ਬਹਿ ਕੇ ਰੱਬ ਰੱਬ ਕਰਨਾ ਤੇ ਪੰਡਤਾਂ ਨੇ ਕਹਿਣਾ ਇਹ ਛੀਂਬਾ ਸਾਡੇ ਬਰਾਬਰ ਆ ਕੇ ਬਹਿ ਜਾਂਦਾ, ਤਾਂ ਉਸ ਵਕਤ ਉਹਨਾਂ ਪੰਡਿਆਂ ਨੇ ਇੱਕ ਸਕੀਮ ਖੇਡੀ। ਰਾਤ ਦਾ ਵੇਲਾ ਸੀ ਤੇ ਭਗਤ ਜੀ ਨੂੰ ਇੱਕ ਘੜਾ ਦਿੱਤਾ ਤੇ ਆਖਿਆ ਵੀ ਇੱਥੇ ਨੇੜੇ ਹੀ ਜੰਗਲ ਵਿੱਚ ਖੂਹ ਹੈ, ਉੱਥੋਂ ਪਾਣੀ ਭਰ ਕੇ ਲਿਆ। ਖੂਹ ਬੜਾ ਡਰਾਵਣਾ ਸੀ, ਭਿਆਨਕ ਸੀ। ਲੋਕਾਂ ਵਿੱਚ ਪ੍ਰਚਲਿਤ ਸੀ ਕਿ ਇਸ ਖੂਹ ਵਿੱਚ ਦਿਓ ਰਹਿੰਦਾ ਤੇ ਰਾਤ ਦੇ ਸਮੇਂ ਜਿਹੜਾ ਉੱਥੇ ਜਾਵੇ ਉਹ ਜਿਉਂਦਾ ਨਹੀਂ ਬਚਦਾ।
ਪੰਡਿਆਂ ਨੇ ਆਖਿਆ ਵੀ ਨਾਮਦੇਵ ਜਦੋਂ ਉੱਥੇ ਜਾਏਗਾ ਉਹ ਦੇਵ ਪ੍ਰਗਟ ਹੋਏਗਾ, ਆਪੇ ਮਰ ਮੁੱਕ ਜਾਏਗਾ, ਖਹਿੜਾ ਛੁੱਟੇਗਾ ਇਹਦੇ ਤੋਂ ਸਾਡਾ। ਭਗਤ ਨਾਮਦੇਵ ਜੀ ਮਹਾਰਾਜ ਉਹ ਘੜਾ ਲੈ ਕੇ ਪਾਣੀ ਦਾ ਜਦੋਂ ਉਸ ਖੂਹ ਤੇ ਪਹੁੰਚੇ ਪਾਣੀ ਭਰਨ ਲਈ, ਅਚਾਨਕ ਖੂਹ ਵਿੱਚੋਂ ਉਹ ਦੇਵ ਪ੍ਰਗਟ ਹੋ ਗਿਆ। ਬੜਾ ਵਿਕਰਾਲ ਰੂਪ ਹੈ ਉਸ ਦੇਵ ਦਾ, ਡਰਾਵਣਾ ਰੂਪ ਹੈ। ਤੇ ਭਗਤ ਨਾਮਦੇਵ ਜੀ ਦਾ ਮਨ ਉਸ ਪ੍ਰਭੂ ਵਿੱਚ ਐਸਾ ਬਲੀਨ ਹੈ ਕਿ ਉਸ ਦੇਵ ਨੂੰ ਵੇਖ ਕੇ ਡਰੇ ਨਹੀਂ, ਸਗੋਂ ਕਹਿੰਦੇ ਆਓ ਕਲੰਦਰ ਕੇਸਵਾ ਕਰ ਬਦਾਲੀ ਭੇਸਵਾ। ਆਹਾ, ਅੱਜ ਤਾਂ ਕਲੰਦਰਾਂ ਵਾਲਾ ਭੇਸ, ਬੜਾ ਭਿਆਨਕ ਭੇਸ ਬਣਾ ਕੇ ਆਇਓ ਰੱਬ ਜੀ, ਅੱਜ ਤਾਂ ਕਮਾਲ ਕਰ ਦਿੱਤੀ, ਅੱਜ ਇਹੋ ਜਿਹਾ ਰੂਪ ਹੈ ਤੁਹਾਡਾ। ਅੱਜ ਤਾਂ ਬੜਾ ਬਦਾਲੀ ਕਹਿੰਦੇ ਭਿਆਨਕ ਨੂੰ, ਵੀ ਅੱਜ ਬੜਾ ਭਿਆਨਕ ਤੇ ਡਰਾਵਣਾ ਰੂਪ ਲੈ ਕੇ ਆਇਓ ਮਹਾਰਾਜ। ਤਾਂ ਕਹਿੰਦੇ ਉਸ ਦੇਵ ਵਿੱਚੋਂ ਭਗਵਾਨ ਜੀ ਪ੍ਰਗਟ ਹੋ ਕੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੰਦੇ ਹਨ। 72 ਵਾਰ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਕੀਤੇ ਆ ਮਹਾਰਾਜ ਭਗਤ ਨਾਮਦੇਵ ਜੀ ਨੇ, ਪ੍ਰਤੱਖ। ਇਹ ਭਗਤ ਨਾਮਦੇਵ ਜੀ ਮਹਾਰਾਜ ਇੱਕ ਦਿਨ ਕੱਪੜੇ ਧੋ ਰਹੇ ਸੀ, ਛਿੰਬੇ ਜੋ ਸਨ, ਕੱਪੜੇ ਧੋਣ ਦਾ ਸੀਵਣ ਦਾ ਕੰਮ ਕਰਦੇ। ਸੋਚਦੇ ਵੀ ਜੇ ਪਰਮੇਸ਼ਰ ਕਿਤੇ ਇੱਕ ਘੋੜੀ ਦੇ ਦਿੰਦਾ ਜਾਂ ਬਛੇਰਾ ਹੀ ਦੇ ਦਿੰਦਾ ਤੇ ਮੈਂ ਉਹਨੂੰ ਪਾਲ ਲੈਂਦਾ, ਤੇ ਇਹ ਕੱਪੜਿਆਂ ਦੀ ਪੰਡ ਉਹਦੇ ਤੇ ਧਰ ਕੇ ਲੈ ਜਾਣੀ ਕਰਨੀ ਸੀ, ਹੁਣ ਸਿਰ ਤੇ ਲਿਜਾਣੀ ਪੈਂਦੀ ਹੈ। ਉਧਰੋਂ ਭਗਵਾਨ ਜੀ ਨੇ ਇੱਕ ਪਠਾਨ ਦਾ ਰੂਪ ਧਾਰਨ ਕੀਤਾ, ਘੋੜੀ ਤੇ ਸਵਾਰ ਹੋਏ। ਜਿੱਥੇ ਭਗਤ ਜੀ ਕੱਪੜੇ ਧੋ ਰਹੇ ਸਨ ਉੱਥੇ ਆ ਕੇ ਉਹ ਘੋੜੀ ਪ੍ਰਸੂਤਾ ਹੋ ਗਈ ਤੇ ਉਹਨੇ ਇੱਕ ਬਛੇਰਾ ਦੇ ਦਿੱਤਾ। ਉਹਨੇ ਆਵਾਜ਼ ਮਾਰੀ, ਨਾਮਦੇਵ ਜੀ ਨੂੰ ਬਗਾਰੀ ਸਮਝ ਕੇ ਵੰਗਾਰ ਕਰ ਲੈਂਦੇ ਸਨ ਪਠਾਨ ਆਦਿਕ, ਰਾਜ ਜੋ ਉਹਨਾਂ ਦਾ ਸੀ। ਕਹਿੰਦੇ ਆਏ ਬਛੇਰਾ ਮੋਢਿਆਂ ਤੇ ਚੁੱਕ ਕੇ ਤੇ ਛੱਡ ਕੇ ਆ ਅੱਗੇ। ਭਗਤ ਜੀ ਮਹਾਰਾਜ ਜੀ ਨੇ ਉਹ ਬਛੇਰਾ ਮੋਢਿਆਂ ਤੇ ਚੁੱਕਿਆ ਤੇ ਲੈ ਕੇ ਜਦੋਂ ਟੁਰੇ, ਮਨ 'ਚ ਸੋਚਣ ਤੇ ਰੱਬ ਨੂੰ ਆਖਣ, ਵਾਹ ਰੱਬ ਜੀ, ਤਲੇ ਕੋ ਮੰਗੀ ਉੱਪਰ ਕੋ ਦੀਨੀ। ਮੈਂ ਤਾਂ ਘੋੜੀ ਮੰਗੀ ਸੀ, ਬਛੇਰਾ ਮੰਗਿਆ ਸੀ ਵੀ ਉਹਦੇ ਤੇ ਸਵਾਰ ਹੋਇਆ ਕਰਾਂਗੇ। ਮਹਾਰਾਜ ਤੁਸੀਂ ਚੰਗਾ ਕੰਮ ਕੀਤਾ ਵੀ ਮੇਰੇ ਮੋਢਿਆਂ ਤੇ ਬਛੇਰਾ ਚੁਕਾ ਦਿੱਤਾ। ਤੁਰੇ ਜਾਣ ਤੇ ਉਹ ਪਠਾਨ ਦੇ ਰੂਪ ਵਿੱਚ ਭਗਵਾਨ ਜੀ ਘੋੜੇ ਤੇ ਸਵਾਰ, ਘੋੜੀ ਤੇ ਭਗਤ ਜੀ ਉਹਨਾਂ ਨੂੰ ਪੁੱਛਦੇ, ਮਹਾਰਾਜ ਕਿੱਧਰ ਨੂੰ ਜਾ ਰਹੇ ਹੋ, ਕੌਣ ਹੋ ਤੁਸੀਂ? ਪਹਿਚਾਣ ਲਿਆ ਵੀ ਇਹ ਮੇਰਾ ਭਗਵਾਨ ਹੀ ਹੈ ਜਿਹੜਾ ਪਠਾਨ ਦੇ ਰੂਪ ਵਿੱਚ ਆਇਆ ਹੈ। ਸ਼ਬਦ ਉਚਾਰਿਆ, ਹੱਲੇ ਯਾਰਾਂ ਖੁਸ਼ ਖਬਰੀ। ਕਮਾਲ ਦੀ ਖੁਸ਼ਖਬਰੀ ਦੀ ਬਾਤ ਹੈ। ਕਦੇ ਪਠਾਣਾ ਨੇ ਵੀ ਆਖਿਆ ਵੀ ਅਸੀਂ ਦਵਾਰਕਾ ਨੂੰ ਚੱਲੇ, ਜਦੋਂ ਪੁੱਛਿਆ ਨਾ ਕਿੱਧਰ, ਕਹਿੰਦੇ ਜੀ ਦਵਾਰਕਾ ਨੂੰ ਜਾ ਰਹੇ ਆ ਤੇ ਦਵਾਰਕਾ ਹੀ ਮੇਰਾ ਨਗਰ ਹੈ। ਹੈਰਾਨ ਹੋਏ ਵੀ ਕਦੇ ਪਠਾਨ ਵੀ ਦਵਾਰਕਾ ਦੀ ਯਾਤਰਾ ਨੂੰ ਆਉਂਦੇ ਆ। ਕਹਿੰਦੇ ਹੋਵੇ ਨਾ ਹੋਵੇ ਮੇਰਾ ਭਗਵਾਨ ਹੈ। ਤੇ ਪਠਾਨ ਦੇ ਵਿੱਚੋਂ ਭਗਵਾਨ ਜੀ ਨੂੰ ਪ੍ਰਤੱਖ ਹੋ ਕੇ ਦਰਸ਼ਨ ਦੇਣੇ ਪਏ। ਗੁਰੂ ਖਾਲਸਾ ਜੀ, ਇਉਂ ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਰਹਿੰਦਾ ਅੱਠੇ ਪੈਰ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਉਸ ਗੋਬਿੰਦ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਹਾਰਾਜ ਭਗਤ ਨਾਮਦੇਵ ਜੀ ਦਾ ਮਨ ਉਹ ਲੀਨ ਹੋਇਆ, ਅਭੇਦ ਹੋਇਆ ਹੈ। ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਕਹਿੰਦੇ ਅੱਧੀ ਦਮੜੀ ਮੁੱਲ ਨਹੀਂ ਸੀ ਛੀਂਬੇ ਨਾਮਦੇਵ ਦਾ, ਕੀ ਸਤਕਾਰ ਹੋਵੇਗਾ। ਭਗਤ ਨਾਮਦੇਵ ਜੀ ਦਾ ਭਲਾ ਜਿਨ੍ਹਾਂ ਦੀ ਬਾਹ ਫੜ ਕੇ ਪੰਡੇ ਮੰਦਰ ਚੋਂ ਉਠਾ ਕੇ ਧੱਕੇ ਮਾਰ ਕੇ ਬਾਹਰ ਕੱਢਦੇ ਆ। ਕਹਿੰਦੇ ਅੱਧੀ ਦਮੜੀ ਜਿਨ੍ਹਾਂ ਦਾ ਮੁੱਲ ਨਹੀਂ ਸੀ ਛੀਂਬੇ ਨਾਮਦੇਵ ਦਾ। ਪਰਮੇਸ਼ਰ ਦੀ ਭਗਤੀ ਦਾ ਪ੍ਰਤਾਪ ਵੇਖੋ
ਕਿ ਅਕਾਲ ਪੁਰਖ ਦੀ ਭਗਤੀ ਕਰਕੇ ਉਹੀ ਭਗਤ ਨਾਮਦੇਵ ਜੀ ਲੱਖਾਂ ਦੇ ਹੋ ਗਏ। ਹੋਇਓ ਲਾਖੀਣਾ, ਲੱਖਾਂ ਦੇ ਹੋ ਗਏ, ਵੀ ਕੋਈ ਮੁੱਲ ਰਿਹਾ ਹੀ ਨਹੀਂ ਮਹਾਰਾਜ ਭਗਤ ਨਾਮਦੇਵ ਜੀ ਦਾ, ਅਮੋਲਕ ਹੋ ਗਏ। ਲਾਖੀਣਾ ਦਾ ਮਤਲਬ ਅਮੋਲਕ ਹੀ ਹੋ ਗਏ, ਲੱਖਾਂ ਦੇ ਹੋ ਗਏ। ਜਿਨ੍ਹਾਂ ਨੂੰ ਲੋਕ ਤਿਰਸਕਾਰ ਦਿੰਦੇ ਸੀ, ਨਿਰਾਦਰ ਦਿੰਦੇ ਸੀ, ਹੁਣ ਉਹੀ ਲੋਕ ਭਗਤ ਨਾਮਦੇਵ ਜੀ ਦੇ ਸਨਮੁਖ ਹੱਥ ਜੋੜ ਕੇ ਨਮਸਕਾਰਾਂ ਕਰਦੇ ਨੇ, ਉਹਨਾਂ ਨੂੰ ਪ੍ਰਣਾਮ ਕਰਦੇ। ਇਹ ਪਰਮੇਸ਼ਰ ਦੀ ਭਗਤੀ ਦਾ ਪ੍ਰਤਾਪ ਹੈ ਕਿ ਜਿਸ ਪ੍ਰਤਾਪ ਨੇ ਮਹਾਰਾਜ ਭਗਤ ਨਾਮਦੇਵ ਜੀ ਦਾ ਪ੍ਰਤਾਪ ਸੰਸਾਰ 'ਚ ਪ੍ਰਗਟ ਕਰ ਦਿੱਤਾ। ਰਹਾਉ ਬੁਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਬੋਨਨ ਤਨਨ ਦੀ ਬਿਰਤੀ ਨੂੰ ਛੱਡ ਕੇ ਕਬੀਰ ਜੀ ਮਹਾਰਾਜ ਜੁਲਾਏ ਜੋ ਸੀ। ਬੋਨਨਾ ਤਨਨਾ ਕਈ ਵਾਰੀ ਛੁੱਟ ਜਾਂਦਾ, ਕਈ ਵਾਰੀ ਤਿਆਗ ਦਿੰਦੇ ਬੋਨਨ ਤਨ ਦੀ ਬਿਰਤੀ ਨੂੰ। ਜਦੋਂ ਪ੍ਰਭੂ ਭਗਤੀ ਵਿੱਚ ਵਲੀਨ ਹੋ ਜਾਂਦੇ, ਅਕਸਰ ਕਈ ਵਾਰੀ ਤਨਨਾ ਬੁਨਨਾ ਛੁੱਟ ਜਾਂਦਾ ਸੀ। ਪੱਕੇ ਤੌਰ ਤੇ ਨਹੀਂ ਛੱਡਿਆ, ਪਰ ਕਦੇ ਛੁੱਟ ਜਾਂਦਾ ਸੀ। ਇਹੋ ਜਿਹੀ ਸੁਰਤ ਜੁੜਨੀ, ਸਤਪੁਰਸ਼ਾਂ ਦੀ ਸੰਗਤ ਵਿੱਚ ਜੁੜ ਕੇ ਬੈਠਣਾ ਕਿ ਕੰਮ ਹੀ ਨਾ ਹੋਣਾ, ਕੰਮ ਛੁੱਟ ਜਾਣਾ। ਪ੍ਰੀਤ ਚਰਨ ਕਬੀਰਾ, ਕਬੀਰ ਜੀ ਦੇ ਮਨ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੀ ਪ੍ਰੀਤ ਬਣ ਗਈ, ਪ੍ਰਭੂ ਚਰਨਾਂ ਦੀ ਪ੍ਰੀਤ ਬਣ ਗਈ। ਦੁਨੀਆ ਦੀਆਂ ਜਿਤਨੀਆਂ ਪ੍ਰੀਤਾਂ ਨੇ ਗੁਰੂ ਖਾਲਸਾ ਜੀ, ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਪ੍ਰੀਤ ਪਰਮੇਸ਼ਰ ਦੀ ਪ੍ਰੀਤ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਮਹਾਰਾਜ ਕਹਿੰਦੇ ਦੁਨੀਆ ਦੀਆਂ ਜਿੰਨੀਆਂ ਪ੍ਰੀਤਾਂ ਨੂੰ ਨਾ, ਸਭ ਤੋਂ ਵੱਡੀ ਪ੍ਰੀਤ ਉਸ ਮੋਹਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੈ। ਉਹਦੀ ਪ੍ਰੀਤ ਅੱਗੇ ਦੁਨੀਆ ਦੀਆਂ ਸਾਰੀਆਂ ਪ੍ਰੀਤਾਂ ਤੁੱਛ ਨੇ। ਤੋ ਕਹਿੰਦੇ ਮਹਾਰਾਜ ਭਗਤ ਕਬੀਰ ਜੀ ਦੇ ਹਿਰਦੇ ਵਿੱਚ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਬਣ ਗਈ। ਨੀਚ ਕੁਲਾ ਜੋ ਲਾਹਰਾ ਭਇਓ ਗੁਨੀ ਗਹੀਰਾ। ਕਹਿੰਦੇ ਨੀਚ ਕੁੱਲ ਵਾਲਾ ਕਹਿੰਦੇ ਸੀ, ਜੁਲਾਇਆ ਕਹਿੰਦੇ ਸੀ ਕਬੀਰ ਜੀ ਮਹਾਰਾਜ ਜੀ ਨੂੰ, ਇਹ ਨੀਚ ਕੁੱਲ ਵਾਲਾ, ਨੀਚੀ ਜਾਤ ਵਾਲਾ, ਇਹ ਜੁਲਾਹਾ ਹੈ। ਬੜੇ ਲੋਕਾਂ ਨੇ ਆ ਕੇ, ਪੰਡਤਾਂ ਨੇ ਕਬੀਰ ਜੀ ਮਹਾਰਾਜ ਜੀ ਨਾਲ ਬਹਿਸਬਾਜ਼ੀ ਕਰਨੀ, ਤੁਸੀਂ ਸ਼ੂਦਰ ਹੋ, ਤੁਸੀਂ ਭਗਤੀ ਨਹੀਂ ਕਰ ਸਕਦੇ। ਪਰ ਪਰਮੇਸ਼ਰ ਦੀ ਬੰਦਗੀ ਦਾ ਪ੍ਰਤਾਪ ਵੇਖੋ ਕਿ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਦੇ ਪ੍ਰਤਾਪ ਨੇ ਕਬੀਰ ਜੀ ਨੂੰ ਗੁਣੀ ਗਹੀਰ ਬਣਾ ਦਿੱਤਾ, ਗੁਣਾ ਵਿੱਚ ਅਥਾਹ ਸਮੁੰਦਰ ਬਣਾ ਦਿੱਤਾ। ਔਰ ਕਬੀਰ ਜੀ ਦੀ ਸੋਭਾ ਘਰ ਘਰ ਵਿੱਚ ਹੋਣ ਲੱਗੀ। ਘਰ ਘਰ ਵਿੱਚ ਮਹਾਰਾਜ ਭਗਤ ਕਬੀਰ ਜੀ ਦਾ ਪ੍ਰਤਾਪ ਪ੍ਰਗਟ ਹੋ ਗਿਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਪਰਮੇਸ਼ਰ ਦੇ ਪਿਆਰਿਆਂ ਨੂੰ ਸੰਸਾਰ 'ਚ ਪ੍ਰਗਟ ਕਰ ਦਿੰਦੀ ਹੈ। ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਕੋਈ ਨਹੀਂ ਸੀ ਮੰਨਦਾ, ਉਹ ਸਤਿਗੁਰਾਂ ਦੇ ਦਰ ਤੇ ਆ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਸੇਵ ਕੇ ਸੰਸਾਰ 'ਚ ਪ੍ਰਗਟ ਹੋ ਗਏ। ਸਾਹਿਬ ਜੀ ਦੇ ਬਚਨ ਨੇ, ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਜਿਨ੍ਹਾਂ ਨੂੰ ਕੋਈ ਜਾਣਦਾ ਮੰਨਦਾ ਨਹੀਂ ਸੀ, ਉਹ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਕੇ ਸੰਸਾਰ ਵਿੱਚ ਪ੍ਰਗਟ ਹੋ ਗਏ। ਉਹਨਾਂ ਦੀ ਸੋਭਾ ਸੰਸਾਰ ਵਿੱਚ ਉਜਾਗਰ ਹੋ ਗਈ, ਪ੍ਰਗਟ ਹੋ ਗਈ। ਕਬੀਰ ਜੀ ਕਹਿ ਕੇ ਅੱਜ ਸੰਸਾਰ ਦਾ ਹਰ ਇੱਕ ਪ੍ਰਾਣੀ ਮਾਤਰ ਆਪਣਾ ਸੀਸ ਝੁਕਾਉਂਦਾ, ਆਪਣਾ ਸੀਸ ਝੁਕਾ ਕੇ ਪ੍ਰਣਾਮ ਕਰਦਾ ਕਿ ਮਹਾਰਾਜ ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹਨ। ਜਿੰਨੇ ਭਗਤ ਨੇ ਉਹਨਾਂ ਭਗਤਾਂ ਵਿੱਚੋਂ ਸਭ ਤੋਂ ਸ਼੍ਰੋਮਣੀ ਭਗਤ ਮਹਾਰਾਜ ਭਗਤ ਕਬੀਰ ਜੀ ਹੋ ਗਏ। ਗੁਣਾਂ ਦੇ ਵਿੱਚ ਅਥਾਹ ਸਾਗਰ ਹੋ ਗਏ। ਇਹ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਤੇ ਉਹਦੀ ਭਗਤੀ ਦਾ ਪ੍ਰਤਾਪ ਹੈ। ਰਵਿਦਾਸ ਟੁਵੰਤਾ ਟੂਰ ਨੀਤ
ਤਿਨ ਤਿਆਗੀ ਮਾਇਆ। ਮਹਾਰਾਜ ਭਗਤ ਰਵਿਦਾਸ ਜੀ ਜੋ ਮਰੇ ਹੋਏ ਢੋਰ ਪਸ਼ੂ ਜਾਨਵਰਾਂ ਨੂੰ ਢੋਣ ਦੀ ਬਿਰਤੀ ਰੱਖਦੇ, ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਕਿਰਤ ਹੁੰਦੀ ਸੀ, ਚਮੜੇ ਦਾ ਕੰਮ ਜੋ ਕਰਦੇ ਸਨ। ਜਾਨਵਰਾਂ ਦਾ ਚਮੜਾ ਉਤਾਰਨਾ, ਫਿਰ ਉਹਦਾ ਵਪਾਰ ਕਰਨਾ, ਚਮੜੇ ਦੀਆਂ ਜੁੱਤੀਆਂ ਬਣਾਉਣੀਆਂ, ਚਮੜੇ ਦਾ ਰਾਜ ਸਾਜ ਤਿਆਰ ਕਰਨਾ। ਭਗਤ ਰਵਿਦਾਸ ਜੀ ਮਹਾਰਾਜ ਕਿਰਤ ਇਹ ਕਰਦੇ ਸੀ, ਉਹਨਾਂ ਦਾ ਕੰਮ ਇਹ ਸੀ ਚਮੜੇ ਦਾ। ਪਰ ਮਾਇਆ ਦੀ ਮਮਤਾ ਤੋਂ ਬਿਰਤੀ ਤੋਂ ਰਹਿਤ ਹੋ ਗਏ, ਤਿਨ ਤਿਆਗੀ ਮਾਇਆ। ਮਾਇਆ ਦਾ ਭਾਵ ਤਿਆਗ ਦਿੱਤਾ। ਜੇ ਚਿਤੌੜ ਦੀ ਰਾਣੀ ਮਹਾਰਾਜ ਭਗਤ ਰਵਿਦਾਸ ਜੀ ਦੀ ਸ਼ਰਧਾਲੂ ਹੋਈ, ਉਹਨੇ ਭੋਜਨ ਤੇ ਸੱਦਿਆ ਮਹਾਰਾਜ ਭਗਤ ਰਵਿਦਾਸ ਜੀ ਨੂੰ ਵੀ ਤੁਸੀਂ ਸਾਡੇ ਕੋਲ ਆ ਕੇ ਭੋਜਨ ਛਕੋ। ਪੰਡਤ ਬੜੇ ਬੁਲਾਏ ਹੋਏ ਤੇ ਪੰਡਤ ਬਹਿ ਗਏ ਨਾਲ। ਜਦੋਂ ਭਗਤ ਜੀ ਬਹਿਣ ਲੱਗੇ ਤੇ ਇੱਕਦਮ ਸਾਰੇ ਪੰਡਤ ਉੱਠ ਕੇ ਖਲੋ ਗਏ ਵੀ ਸਾਡੇ ਬਰਾਬਰ ਸ਼ੂਦਰ ਬਵੇਗਾ, ਜਾਂ ਇਹਨੂੰ ਭੋਜਨ ਛਕਾ ਜਾਂ ਸਾਨੂੰ ਛਕਾ, ਅਸੀਂ ਇਹਦੇ ਨਾਲ ਨਹੀਂ ਬਹਿ ਕੇ ਭੋਜਨ ਛਕਣਾ। ਰਾਣੀ ਵਾਸਤੇ ਵਿਚਾਰੀ ਲਈ ਬੜੀ ਦੁਚਿੱਤੀ ਬਣ ਗਈ। ਉਹ ਕਹੇ ਹੁਣ ਮੈਂ ਕੀ ਕਰਾਂ। ਭਗਤ ਰਵਿਦਾਸ ਜੀ ਮਹਾਰਾਜ ਅਤੀ ਬੇਨਿਮਰਤਾ ਦੇ ਪੁੰਜ ਮਹਾਂਪੁਰਸ਼ ਰਾਣੀ ਨੂੰ ਕਹਿਣ ਲੱਗੇ, ਰਾਣੀ ਤੂੰ ਇਹਨਾਂ ਨੂੰ ਛਕਾ ਦੇ, ਅਸੀਂ ਬਾਅਦ ਵਿੱਚ ਛਕ ਲਾਂਗੇ। ਉੱਠ ਕੇ ਬਾਹਰ ਨੂੰ ਚਲੇ ਗਏ। ਜਦੋਂ ਪੰਡਤ ਬਹਿ ਕੇ ਭੋਜਨ ਛਕਣ ਲੱਗੇ, ਵਾਹਿਗੁਰੂ ਨੇ ਇਹੋ ਜੀ ਕਲਾ ਵਰਤਾਈ ਵੀ ਜਿੰਨੇ ਪੰਡਤ ਬੈਠੇ ਸਾਰੇ ਪੰਡਤਾਂ ਨੂੰ ਆਪਣੇ ਪਾਸ ਭਗਤ ਰਵਿਦਾਸ ਜੀ ਬੈਠੇ ਨਜ਼ਰ ਆਏ। ਇੱਕ ਪੰਡਤ ਕਹੇ ਭਗਤ ਜੀ ਮੇਰੇ ਕੋਲ ਬੈਠੇ ਨੇ, ਦੂਜਾ ਕਹੇ ਜੀ ਮੇਰੇ ਕੋਲ ਬੈਠੇ ਨੇ, ਤੀਜਾ ਕਹੇ ਜੀ ਮੇਰੇ ਕੋਲ ਬੈਠੇ ਨੇ। ਸਾਰੇ ਪੰਡਤਾਂ ਦੇ ਨਾਲ ਬਰਾਬਰ ਭਗਤ ਰਵਿਦਾਸ ਜੀ ਬੈਠੇ ਉਹਨਾਂ ਨੂੰ ਨਜ਼ਰ ਆਏ। ਅਖੀਰ ਉਹਨਾਂ ਪੰਡਤਾਂ ਨੂੰ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਝੁਕ ਕੇ ਮਾਫੀ ਮੰਗਣੀ ਪਈ। ਭਗਤ ਰਵਿਦਾਸ ਜੀ ਪਰਮੇਸ਼ਰ ਦੀ ਬੰਦਗੀ ਕਰਕੇ, ਅਕਾਲ ਪੁਰਖ ਦੀ ਭਗਤੀ ਕਰਕੇ ਪਰਮੇਸ਼ਰ ਦਾ ਰੂਪ ਹੋ ਗਏ। ਭਗਤ ਜੀ ਮਹਾਰਾਜ ਆਪ ਲਿਖਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੇਰੇ ਵਿੱਚ ਔਰ ਮੇਰੇ ਚ ਹੁਣ ਕਾਹਦਾ ਅੰਤਰਾ, ਕਾਹਦਾ ਫਰਕ, ਦੋਵੇਂ ਹੀ ਇੱਕ ਮਿਕ ਹੋ ਗਏ ਆ। ਜਬ ਹਮ ਹੋਤੇ तब तू नाही, अब तू ही मैं नाही। अनल अगम जैसे लहर में ओदत जल केवल जल माही। हे प्रभु जदों मैं सी उदों तू नहीं सी, जदों हुण तू है हुण मैं नहीं रहा। ਇਹ ਭਗਤ ਰਵਿਦਾਸ ਜੀ ਮਹਾਰਾਜ ਅਕਾਲ ਪੁਰਖ ਦੀ ਬੰਦਗੀ ਕਰਕੇ ਪਰਮੇਸ਼ਰ ਦਾ ਰੂਪ ਹੋ ਗਏ। ਮਾਇਆ ਦੀ ਮਮਤਾ ਦੀ ਬਿਰਤੀ ਤੋਂ ਰਹਿਤ ਹੋ ਗਏ। ਗੰਗਾ ਦੇ ਕਿਨਾਰੇ ਤੇ ਜੁੱਤੀਆਂ ਗੰਢਦੇ ਨੇ ਆਉਂਦੇ ਜਾਂਦੇ ਮੁਸਾਫਰਾਂ ਦੀਆਂ, ਬਦਲੇ 'ਚ ਪੈਸੇ ਨਹੀਂ ਲੈਂਦੇ। ਜੇ ਕਿਤੇ ਕੋਈ ਸੁਭਾਵਕ ਦੇ ਜਾਵੇ ਤਾਂ ਰੱਖ ਲੈਣ, ਨਹੀਂ ਤਾਂ ਕਦੇ ਕਿਸੇ ਨੂੰ ਨਹੀਂ ਸਨ ਕਹਿੰਦੇ ਵੀ ਇਹਦੇ ਬਦਲੇ 'ਚ ਸਾਨੂੰ ਮਾਇਆ ਚਾਹੀਦੀ ਹੈ। ਮਾਇਆ ਦੀ ਮਮਤਾ ਤੋਂ ਰਹਿਤ ਮਹਾਂਪੁਰਸ਼ ਭਗਤ ਰਵਿਦਾਸ ਜੀ ਨੇ ਜੀਵਨ ਬਤੀਤ ਕੀਤਾ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਸਾਧ ਸੰਗਤ ਦੇ ਪ੍ਰਤਾਪ ਨਾਲ ਭਗਤ ਰਵਿਦਾਸ ਜੀ ਸੰਸਾਰ 'ਚ ਪ੍ਰਗਟ ਹੋਏ। ਉਹਨਾਂ ਦੀ ਸੋਭਾ ਪ੍ਰਗਟ ਹੋਈ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਵਿਧਾਤੇ ਦੇ ਦਰਸ਼ਨ ਪ੍ਰਾਪਤ ਕੀਤੇ। ਹਰ ਦਰਸ਼ਨ ਪਾਇਆ, ਹਰੀ ਦੇ ਦਰਸ਼ਨ ਪ੍ਰਾਪਤ ਕੀਤੇ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਕੀਤੇ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਨਿਆ। ਭਗਤ ਸੈਣ ਜੀ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਭਗਤ ਸੈਣ ਜੀ ਜਾ ਕੇ ਰਾਮਾਨੰਦ ਜੀ ਦੇ ਚੇਲੇ ਬਣੇ। ਉਹਨਾਂ ਆਖਿਆ ਮਹਾਂਪੁਰਸ਼ ਮਹਾਤਮਾ ਆਉਣਗੇ ਤੇਰੇ ਘਰੇ, ਉਹਨਾਂ ਦੀ ਸੰਗਤ ਕਰੀ, ਸੇਵਾ ਟਹਿਲ ਕਰੀ, ਤੇਰਾ ਭਲਾ ਹੋਵੇਗਾ। ਇੱਕ ਦਿਨ ਰਾਤ ਦਾ ਸਮਾਂ ਸਤਿਪੁਰਸ਼ ਆਏ,
ਉਹਨਾਂ ਨੂੰ ਭੋਜਨ ਛਕਾਇਆ, ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਆਏ ਸੰਤ ਪਰਹੁਣੇ ਕੀਰਤਨ ਹੋਆ ਰਹਿਣ ਸਬਾਈ। ਸਾਰੀ ਰਾਤ ਕੀਰਤਨ 'ਚ ਜੁੜੇ ਰਹੇ। ਸੁਬਾਹ ਰਾਜੇ ਦੀ ਮਾਲਿਸ਼ ਕਰਨ ਲਈ ਨਹੀਂ ਗਏ। ਉਧਰ ਭਗਵਾਨ ਨੇ ਸੈਣ ਨਾਈ ਦਾ ਰੂਪ ਲਿਆ ਤੇ ਜਾ ਕੇ ਰਾਜੇ ਦੀ ਮਾਲਿਸ਼ ਕੀਤੀ। ਭਗਤ ਸੈਣ ਜੀ ਨੂੰ ਪਤਾ ਲੱਗਾ ਕਿ ਵਾਹਿਗੁਰੂ ਨੇ ਮੇਰੇ ਵਾਸਤੇ, ਮੇਰੀ ਪੱਤ ਰੱਖਣ ਵਾਸਤੇ, ਮੇਰੀ ਰੱਖਿਆ ਕਰਨ ਵਾਸਤੇ ਆਪ ਸੈਣ ਰੂਪ ਹੋ ਕੇ ਆ ਗਿਆ। ਬਸ ਫਿਰ ਤਾਂ ਉਸ ਅਕਾਲ ਪੁਰਖ ਦੀ ਭਗਤੀ ਵਿੱਚ ਹੀ ਆਪਣਾ ਸਾਰਾ ਜੀਵਨ ਬਸਰ ਕਰ ਦਿੱਤਾ। ਸੈਣ ਨਾਈ ਬੁੱਤਕਾਰੀਆ, ਭਗਤ ਸੈਣ ਜੀ ਮਹਾਰਾਜ ਜਿਹੜੇ ਬੁੱਤੀਆਂ ਕੱਢਦੇ, ਲੋਕਾਂ ਦੀਆਂ ਮਾਲਿਸ਼ਾਂ ਵਗੈਰਾ ਕਰਦੇ, ਉਹ ਘਰ ਘਰ ਸੁਣਿਆ, ਘਰ ਘਰ ਵਿੱਚ ਸੁਣੇ ਜਾਣ ਲੱਗ ਪਏ ਭਗਤ ਸੈਣ, ਭਗਤ ਸੈਣ। ਏਦਾਂ ਉਹਨਾਂ ਦੀ ਸੋਭਾ ਘਰ ਘਰ ਵਿੱਚ ਹੋਣ ਲੱਗ ਪਈ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾ ਮਹਿ ਗਨਿਆ। ਹਿਰਦੇ ਵਿੱਚ ਪਾਰ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਵਸ ਗਿਆ ਔਰ ਦੁਨੀਆ ਦੇ ਭਗਤਾਂ ਦੀ ਗਿਣਤੀ ਵਿੱਚ ਭਗਤ ਸੈਣ ਜੀ ਗਿਣੇ ਜਾਣ ਲੱਗ ਪਏ। ਭਗਤਾਂ ਵਿੱਚ ਗਿਣੇ ਜਾਣ ਲੱਗ ਪਏ ਕਿ ਸੈਣ ਜੀ ਭਗਤ ਸੈਣ ਜੀ ਹਨ। ਜਿਨ੍ਹਾਂ ਨੂੰ ਨਾਈ ਕਹਿੰਦੇ, ਬੁੱਤੀਆਂ ਕੱਢਣ ਵਾਲਾ ਕਹਿੰਦੇ, ਉਹ ਪਰਮੇਸ਼ਰ ਦੇ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ। ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਭਗਤਾਂ ਵਿੱਚ ਉਹਨਾਂ ਨੂੰ ਸਤਿਕਾਰ ਮਿਲਿਆ। ਆ ਵੇਖੋ ਗੁਰੂ ਅਰਜਨ ਦੇਵ ਸਾਹਿਬ ਦੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿੰਨੀ ਦਇਆ ਕੀਤੀ। 15 ਭਗਤਾਂ ਵਿੱਚ ਉਹਨਾਂ ਮਹਾਂਪੁਰਸ਼ਾਂ ਨੂੰ, ਭਗਤ ਸੈਣ ਜੀ ਨੂੰ ਵੀ ਨਾਲ ਦਰਜ ਕੀਤਾ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਕਹਿੰਦੇ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ ਭਗਤ ਸੈਣ ਜੀ। ਇਹ ਬਿਦ ਸੁਨ ਕੈ ਜਾਟ ਰੂ, ਉਠ ਭਗਤੀ ਲਾਗਾ। ਇਹਨਾਂ ਸਾਰੇ ਮਹਾਂਪੁਰਸ਼ਾਂ ਭਗਤਾਂ ਦੀ ਸੋਭਾ ਸੁਣ ਕੇ, ਨਾਮਦੇਵ ਜੀ, ਕਬੀਰ ਜੀ ਦੀ, ਰਵਿਦਾਸ ਜੀ ਦੀ, ਸੈਣ ਜੀ ਦੀ ਸੋਭਾ, ਭਗਤ ਧੰਨਾ ਜੀ ਕਹਿੰਦੇ ਅਸੀਂ ਸੁਣੀ। ਭਗਤਾਂ ਦੀ ਸੋਭਾ ਸੁਣ ਕੇ, ਉਹਨਾਂ ਦਾ ਪ੍ਰਤਾਪ ਸੁਣ ਕੇ, ਭਗਤ ਧੰਨਾ ਜੀ ਜੋ ਸਿੱਧੇ ਸਾਧੇ ਜਾਟਰੋ ਜੱਟ ਜ਼ਿਮੀਂਦਾਰ ਸਨ, ਉਹ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਗਏ। ਭਗਤੀ ਕਰਨ ਦਾ ਨਹੀਂ ਪਤਾ ਵੀ ਕਿਵੇਂ ਕਰੀਦੀ ਹੈ। ਉਹ ਨਹੀਂ ਜਾਣਦੇ ਵੀ ਭਗਤੀ ਦਾ ਪ੍ਰਕਾਰ ਕੀ ਹੈ। ਬਸ ਲੱਗ ਗਏ ਸਿੱਧੇ ਸਾਧੇ ਤਰੀਕੇ ਨਾਲ। ਕਿਉਂਕਿ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਹੁੰਦੀ ਸਰਲ ਭਾਵ ਨਾਲ ਹੈ। ਜਿੱਥੇ ਕੋਈ ਚਲਾਕੀ ਚਤਰਾਈ ਨਹੀਂ ਚੱਲਦੀ, ਕੋਈ ਸਿਆਣਪ ਨਹੀਂ ਚੱਲਦੀ, ਖਾਲਸਾ ਜੀ ਉੱਥੇ ਪਰਮੇਸ਼ਰ ਦੀ ਭਗਤੀ ਹੁੰਦੀ ਹੈ। ਜਿੱਥੇ ਚਲਾਕੀਆਂ ਚਤਰਾਈਆਂ ਹੋਣ ਉੱਥੇ ਭਗਤੀ ਨਹੀਂ ਹੁੰਦੀ। ਉੱਥੇ ਵਿਖਾਵਾ ਤਾਂ ਹੋ ਸਕਦਾ ਭਗਤੀ ਦਾ, ਵੀ ਇਹ ਭਗਤੀ ਕਰ ਰਿਹਾ, ਪਰ ਉਹ ਭਗਤੀ ਨਹੀਂ ਹੈ। ਜਿੱਥੇ ਸਰਲਤਾਈ ਹੈ, ਜਿੱਥੇ ਬਿਲਕੁਲ ਨਿਸ਼ਕਪਟ ਭਾਵ ਹੈ, ਜਿਵੇਂ ਇੱਕ ਬੱਚਾ ਹੁੰਦਾ ਨਾ, ਬਾਲਕ, ਉਹਦੇ ਮਨਿੰਦ ਬਿਰਤੀ ਬਣਾ ਕੇ ਜਿੱਥੇ ਭਗਤੀ ਹੁੰਦੀ ਆ, ਉਹਨੂੰ ਭਗਤ ਕਹਿੰਦੇ ਹਨ। ਭਗਤ ਧੰਨਾ ਜੀ ਮਹਾਰਾਜ ਜੀ ਨੇ ਸਿੱਧੀ ਸਾਧੀ ਭਗਤੀ ਕੀਤੀ ਆ ਵਾਹਿਗੁਰੂ ਪਰਮੇਸ਼ਰ ਦੀ, ਸਰਲ ਭਾਵ ਨਾਲ, ਜਿਵੇਂ ਕਿਸੇ ਬਾਲਕ ਦੀ। ਕਿਉਂਕਿ ਧੰਨਾ ਪਾਇਆ ਬਾਲ ਬੁੱਧ, ਜਿਵੇਂ ਬੱਚੇ ਦੇ ਮਾਨਿੰਦ ਨਿਸ਼ਕਪਟ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕੀਤੀ ਮਹਾਰਾਜ ਭਗਤ ਧੰਨਾ ਜੀ ਨੇ। ਜਿੱਥੇ ਚਲਾਕੀਆਂ ਚਤਰਾਈਆਂ ਹੋਣ ਉੱਥੇ ਰੱਬ ਨਹੀਂ ਹੁੰਦਾ ਗੁਰੂ ਖਾਲਸਾ ਜੀ। ਜਿੱਥੇ ਸਰਲ ਭਾਵ ਹੋਵੇ, ਜਿੱਥੇ ਬਿਲਕੁਲ ਕਿਸੇ ਪ੍ਰਕਾਰ ਦੀ ਚਲਾਕੀ ਚਤਰਾਈ ਨਹੀਂ, ਕੇਵਲ ਸ਼ੁੱਧ ਭਾਵਨਾ ਹੋਵੇ, ਉਹਨੂੰ ਭਗਤੀ ਕਹਿੰਦੇ ਹਨ। ਭਗਤ ਧੰਨਾ ਜੀ ਮਹਾਰਾਜ ਜੀ ਨੇ ਇਸ ਕਰਕੇ ਜਾਟਰੋ ਸ਼ਬਦ ਵਰਤਿਆ ਵੀ ਸਿੱਧਾ ਸਾਦਾ ਕੰਮ। ਉਹ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਵਿੱਚ ਲੱਗ ਗਏ। ਮਿਲੇ ਪ੍ਰਤੱਖ ਗੁਸਾਈਆ, ਧੰਨਾ ਵੱਡ ਭਾਗਾ। ਕਹਿੰਦੇ ਮਹਾਰਾਜ ਭਗਤ ਧੰਨਾ ਜੀ ਵੱਡੇ ਭਾਗਾਂ ਵਾਲੇ ਹੋ ਗਏ ਕਿ ਉਹ ਗੋਸਾਈ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਰੂਪ ਵਿੱਚ ਆ ਮਿਲਿਆ। ਉਹਨੇ ਆ ਕੇ ਪ੍ਰਤੱਖੀ ਦਰਸ਼ਨ ਦੇ ਦਿੱਤੇ। ਜਦੋਂ ਮਹਾਰਾਜ ਭਗਤ ਧੰਨਾ ਜੀ ਕਹਿਣ ਲੱਗੇ, ਮਹਾਰਾਜ ਦੁਨੀਆ ਕਰਦੀ ਆ ਆਰਤੀਆਂ, ਪੰਡੇ ਆਰਤੀਆਂ ਕਰਦੇ,
ਵੀ ਮੈਂ ਆ ਜੱਟ ਜ਼ਿਮੀਂਦਾਰ ਸਿੱਧਾ ਸਾਦਾ ਬੰਦਾ, ਵੀ ਮੈਨੂੰ ਨਹੀਂ ਜੇ ਪਤਾ ਆਰਤੀ ਕਿਵੇਂ ਕਰੀਦੀ ਹੈ, ਮੇਰਾ ਆਰਤਾ ਹੀ ਪ੍ਰਵਾਨ ਕਰੋ। ਗੋਪਾਲ ਤੇਰਾ ਆਰਤਾ, ਮਹਾਰਾਜ ਉਹ ਆਰਤੀ ਕਰਦੇ ਆ, ਸਾਡਾ ਆਰਤਾ ਤੁਹਾਡੇ ਚਰਨਾਂ 'ਚ। ਤੇ ਮੈਂ ਸੁਣਿਆ ਵੀ ਜਿਹੜੇ ਤੇਰੀ ਭਗਤੀ ਕਰਦੇ ਨੇ ਤੈਂ ਉਹਨਾਂ ਦੇ ਕੰਮ ਸਵਾਰਦਾ ਹੈ, ਤੇ ਮੈਂ ਸਾਰਾ ਦਿਨ ਹਲ ਵੀ ਵਾਹਵਾਂ, ਨੱਕੇ ਵੀ ਮੋੜਾਂ, ਗਾਵਾਂ ਮੱਝੀਆਂ ਵੀ ਚਾਰਾਂ, ਤੇ ਤੇਰੀ ਭਗਤੀ ਵੀ ਕਰਾਂ। ਕੱਲੀ ਜਿੰਦ ਕਿੱਧਰ ਕਿੱਧਰ ਜਾਵੇ, ਵੀ ਮੇਰੇ ਕੋਲ ਮੈਂ ਕਿਹੜਾ ਕੋਈ ਨੌਕਰ ਚਾਕਰ ਕਾਮੇ ਰੱਖਿਆ, ਕੱਲਾ ਬੰਦਾ, ਤੇ ਤੇਰੀ ਭਗਤੀ ਕਰਨ ਵਾਲਿਆਂ ਦੇ ਤਾਂ ਕੰਮ ਸਵਾਰਦਾ ਤੇ ਮੇਰੇ ਕੰਮ ਨਹੀਂ ਜੇ ਕਰਾਉਣੇ। ਕਹਿੰਦੇ ਪਰਮੇਸ਼ਰ ਆ ਕੇ ਭਗਤ ਧੰਨਾ ਜੀ ਦੇ ਮੱਝੀਆਂ ਵੀ ਚਾਰਦੇ, ਆ ਕੇ ਖੇਤ ਵਿੱਚ ਨੱਕੇ ਵੀ ਮੋੜਦੇ, ਖੂਹ ਵੀ ਗੇੜਦੇ। ਇਹ ਭਗਤਾਂ ਦਾ ਪ੍ਰਤਾਪ ਹੈ, ਪ੍ਰਤੱਖ ਦਰਸ਼ਨ ਮਹਾਰਾਜ ਅਕਾਲ ਪੁਰਖ ਜੀ ਦੇ ਕੀਤੇ ਭਗਤ ਧੰਨਾ ਜੀ ਨੇ। ਤੇ ਭਗਤ ਧੰਨਾ ਜੀ ਮਹਾਰਾਜ ਵੱਡੇ ਭਾਗਾਂ ਵਾਲੇ ਹੋ।